बहुत ही प्यारे बच्चों, आओ अज ਆਪਾਂ ਸਾਵੇਂ ਮੱਗ ਤੇ ਪੌਂਗ ਡੈਮ ਸਫ਼ਰਨਾਮਾ ਅੰਸ਼ ਜੋ ਕਿ ਡਾਕਟਰ ਕਰਨੈਲ ਸਿੰਘ ਅੰਬਰੀਸ਼ ਜੀ ਹੋਰਾਂ ਦਾ ਲਿਖਿਆ ਹੋਇਆ ਹੈ ਤੇ ਉਸ ਨੂੰ ਪੜਾਂਗੇ। ਤੇ ਇਹ ਅਨੰਤ ਪ੍ਰਵਾਸ ਸਫ਼ਰਨਾਮੇ ਵਿੱਚੋਂ ਸਾਵੇਂ ਮੱਗ ਤੇ ਪੌਂਗ ਡੈਮ ਵਿੱਚ ਸ਼ਾਮਲ ਕੀਤਾ ਗਿਆ ਹੈ। ਤੇ ਇਸ ਵਿੱਚ ਲੇਖਕ ਨੇ ਸਾਵੇਂ ਮੱਗ ਤੇ ਪੌਂਗ ਡੈਮ ਦੇ ਕੁਦਰਤੀ ਨਜ਼ਾਰਿਆਂ ਦਾ ਬਹੁਤ ਸੋਝ ਨਾਲ ਸਜੀਵ ਚਿੱਤਰ ਉਲੀਕਿਆ ਹੈ। ਸਾਵੇਂ ਮੱਗ ਤੇ ਪੌਂਗ ਡੈਮ ਹਰ ਸਾਲ ਸਰਦੀਆਂ 'ਚ ਜੇਕਰ ਮੈਂ ਕਿਸੇ ਛੰਭ ਦਰਿਆ ਜਾਂ ਝੀਲ 'ਤੇ ਦੂਰ ਦੇਸਾਂ ਤੋਂ ਉੱਡ ਕੇ ਆਏ ਪ੍ਰਵਾਸੀ ਪੰਛੀ ਵੇਖਣ ਨਾ ਜਾਵਾਂ ਤਾਂ ਮੈਨੂੰ ਜਾਪਦਾ ਹੈ ਮੈਂ ਸਿਆਲ ਨੂੰ ਬਿਨਾਂ ਮਾਣਿਆ ਬੀਤ ਜਾਣ ਦਿੱਤਾ ਏ ਅਤੇ ਕੁਝ ਅਧੂਰਾ ਤੇ ਅਤ੍ਰਿਪਤ ਰਿਹਾ ਹਾਂ ਮੈਂ ਜੋ ਹੁਣ ਤੱਕ ਰਹਿ ਗਿਆ ਹਾਂ ਕਿਉਂਕਿ ਦੇਖਿਆ ਨਹੀਂ ਕੁਝ ਵੀ। ਹਰ ਸਾਲ ਇੰਜ ਦੀ ਕਿਸੇ ਥਾਂ 'ਤੇ ਜਾਣਾ ਮੇਰੀ ਨਿੱਜੀ ਤੀਰਥ ਯਾਤਰਾ ਹੈ। ਹਰ ਵਰ੍ਹੇ ਦੀ ਇਸ ਯਾਤਰਾ 'ਤੇ ਕਿਸੇ ਦੋਸਤ ਦੀ ਸੰਗਤ ਦਾ ਜੋ ਵਾਧੂ ਨਫਾ ਵੀ ਹੋ ਜਾਂਦਾ ਹੈ। ਇਸ ਵਾਰ ਮੇਰਾ ਇੱਕ ਦੋਸਤ ਮੇਰੇ ਨਾਲ ਹੈ। ਘਰੋਂ ਚੱਲੇ ਹਾਂ ਤਾਂ 2.5 ਸਾਲ ਪਹਿਲਾਂ ਤੋਂ ਜਦੋਂ ਤੋਂ ਉਸਨੇ ਕਾਰ ਖਰੀਦੀ ਹੈ ਉਦੋਂ ਤੋਂ ਉਹ ਆਪਣੀ ਯਾਤਰਾ ਦਾ ਰਿਕਾਰਡ ਰੱਖਦਿਆਂ ਹੋਏ ਹਮੇਸ਼ਾ ਵਾਂਗ ਕਾਰ ਦੀ ਲੌਗ ਬੁੱਕ ਵਿੱਚ ਦਰਜ ਕੀਤਾ ਸਮਾਂ 9 ਵਜੇ ਸਵੇਰੇ, ਤਾਰੀਖ 22 ਜਨਵਰੀ 2013, ਮੰਜ਼ਿਲ ਪੌਂਗ ਡੈਮ, ਮਕਸਦ ਪੰਛੀ ਵੇਖਣੇ। ਪੰਛੀ ਨਿਹਾਰਨ ਦਾ ਸ਼ੌਂਕ ਮੈਨੂੰ ਕਦੋਂ ਤੇ ਕਿਉਂ ਪਿਆ ਐਨ ਪੂਰੀ ਤਰ੍ਹਾਂ ਯਾਦ ਨਹੀਂ। ਸ਼ੁਰੂ ਬਚਪਨ ਤੋਂ ਮੈਂ ਜੋ ਬੁਲਬੁਲਾਂ ਦੇਖਦਾ ਸਾਂ, ਪੰਛੀ ਦੇਖਦਾ ਸਾਂ ਤਾਂ ਮੈਨੂੰ ਉਹ ਬੁਲਬੁਲਾਂ ਚੰਗੀਆਂ ਲੱਗਦੀਆਂ ਸਨ। ਉਹਨਾਂ ਦੀਆਂ ਪੂੰਛਲਾਂ ਤੇ ਮੁੱਢਾਂ ਥੱਲੜਾ ਜੋ ਲਾਲ ਰੰਗ ਹੈ ਉਹ ਬਹੁਤ ਮੋਹਦਾ ਸੀ। ਜ਼ਰਾ ਵੱਡਾ ਹੋ ਕੇ ਗੁਲੇਲ ਨਾਲ ਖੇਡਣ ਲੱਗਾ ਤਾਂ ਇੱਕ ਵਾਰ ਇੱਕ ਨਿੱਕੀ ਜਿਹੀ ਚਿੜੀ ਫੁੰਡ ਦਿੱਤੀ। ਮਰੀ ਹੋਈ ਚਿੜੀ ਨੂੰ ਹੱਥਾਂ ਨਾਲ ਜੋ ਪੜੋਸ ਦੀ ਦਾਦੀ ਨੇ ਝਿੜਕਿਆ, ਹੈਂ ਵੇ ਕਿਉਂ ਮਾਰੀ ਐ, ਕੀ ਵਿਗਾੜਿਆ ਸੀ ਇਹਨੇ ਤੇਰਾ। ਜਵਾਨੀ ਦੇ ਪਹਿਲੇ ਸਾਲਾਂ ਵਿੱਚ ਸ਼ਿਕਾਰ ਦਾ ਸ਼ੌਂਕ ਜਾਗਿਆ ਤਾਂ ਗੁਰਦਾਸਪੁਰ ਦੇ ਸਰਹੱਦੀ ਇਲਾਕੇ 'ਚ ਰਾਵੀ ਦਰਿਆ 'ਚੋਂ ਇੱਕ ਕਸਬੀ ਸ਼ਿਕਾਰੀ ਨਾਲ ਜਾ ਕੇ ਮੁਰਗਾਬੀਆਂ ਮਾਰ ਲਈਆਂ। ਘਰ ਪਰਤਦਿਆਂ ਜੀ 'ਚ ਨੀਲੀਆਂ ਭੂਰੀਆਂ ਮੁਰਗਾਬੀਆਂ ਦੀਆਂ ਬੰਦ ਅੱਖਾਂ ਤੇ ਮਿਰਤ ਸਰੀਰਾਂ 'ਤੇ ਅਚਾਨਕ ਮੇਰੀ ਨਜ਼ਰ ਪਈ। ਇਹ ਇੱਕ ਨਿਸ਼ਚਿਤ ਤੇ ਸਪਸ਼ਟ ਪਲ ਸੀ। ਮੈਂ ਮੁੜ ਕੇ ਕਦੇ ਪੰਛੀ ਜਾਂ ਹੋਰ ਜੀਵ ਨੂੰ ਨਹੀਂ ਮਾਰਾਂਗਾ, ਪੰਛੀਆਂ ਨੂੰ ਵੇਖਿਆ ਕਰਾਂਗਾ ਸਿਰਫ। ਇਹ ਵੇਖਣ ਨੇ ਮੈਨੂੰ ਪਿਛਲੇ 3 ਦਹਾਕਿਆਂ 'ਚ ਕਈ ਯਾਦਗਾਰ ਪਲ ਮੁਹੱਈਆ ਕਰਵਾਏ ਹਨ। 12 ਸੀਟਾਂ ਵਾਲੀ ਵੈਨ 'ਚ ਜੈਪੁਰੋਂ ਅੰਮ੍ਰਿਤਸਰ ਇੱਕ ਪਰਿਵਾਰਿਕ ਸਮਾਰੋਹ ਸੰਪੰਨ ਕਰਕੇ ਆ ਰਹੇ ਹਾਂ। ਭੈਣ ਭਰਾ, ਉਹਨਾਂ ਦੇ ਪਤੀ ਪਤਨੀਆਂ ਤੇ ਕੁਝ ਹੋਰ ਨਜ਼ਦੀਕੀ ਰਿਸ਼ਤੇਦਾਰ ਦੁਪਹਿਰ ਨੂੰ ਰਾਜਸਥਾਨ ਦੀ ਇੱਕ ਸੁੱਕੀ ਨਹਿਰ ਦੇ ਕਿਨਾਰੇ ਇੱਕ ਢਾਬੇ 'ਤੇ ਖਾਣੇ ਲਈ ਰੁਕੇ ਹਾਂ। 2 ਦਿਨ ਪਹਿਲਾਂ ਵਰੇ ਮੀਂਹ ਕਾਰਨ ਧੁੱਪ ਪਾਰਦਰਸ਼ੀ ਤੇ ਨਿੱਕੀ ਕਣਕ ਤੇ ਖੇਤ ਅਜੇ ਵੀ ਧੁੱਪੇ ਹੋਏ ਤੇ ਹਰੇ ਜਾਪਦੇ ਨੇ। ਜਨਵਰੀ ਦਾ ਮੱਧ ਹੋਣ ਕਰਕੇ ਧੁੱਪ ਸੁਖਾਵੀਂ ਤੇ ਨਿੱਘੀ ਹੈ। ਰਾਤੀ ਦੇਰ ਨਾਲ ਸੌਣ ਅਤੇ ਸੁਬਾਹ ਬੜੀ ਛੇਤੀ ਉੱਠ ਜਾਣ ਦੇ ਬਾਵਜੂਦ ਦੇ ਸੁਖੀ ਹੈ। ਢਾਬੇ ਦੇ ਇੱਕ ਪਾਸੇ 1.5 ਕਨਾਲ ਵਲੀ ਹੋਈ ਪਰ ਖਾਲੀ ਥਾਂ ਹੈ ਤੇ ਉੱਥੇ 7-8 ਤਰ੍ਹਾਂ ਦੇ ਪੰਛੀ ਚੁਗ ਰਹੇ ਨੇ। ਕਿਸੇ ਵੇਲੇ ਪੰਜਾਬ ਦਾ ਰਾਜ ਪੰਛੀ ਰਿਹਾ ਹੈ ਉਹ ਇੱਕ ਚੱਕੀ ਰਾਹਾ, 3-4 ਘਰੇਲੂ ਚਿੜੀਆਂ, 2 ਘੁੱਗੀਆਂ, ਦੁਸੰਦੜ ਲੰਬੀ ਪੂੰਛੜ ਵਾਲੀ ਇੱਕ ਕਾਲੀ ਚਿੜੀ, ਕੁਝ ਬੁਲਬੁਲ, ਰੋਬਿਨ ਪੰਛੀ ਤੇ ਮੇਰੀ ਅਣਜਾਣੀ ਇੱਕ ਹੋਰ ਨਿਕਚੂ ਚਿੜੀ। ਕੋਲ ਬੈਠੀ ਸਾਡੀ ਮੰਡਲੀ ਦੀ ਮੌਜੂਦਗੀ ਤੋਂ ਬਿਨਾਂ ਬੁਲਬੁਲ ਬੇਲਾਗ ਉਹ ਚੁਗ ਰਹੇ ਤੇ ਮੈਂ ਜ਼ਰਾ ਹਟਵਾਂ ਖੜਾ ਇਹਨਾਂ ਨੂੰ ਤੱਕ ਰਿਹਾ ਹਾਂ। ਕੀ ਹੈ ਜੋ ਇਸ ਦ੍ਰਿਸ਼ ਨੂੰ, ਇਹਨਾਂ ਪਲਾਂ ਨੂੰ ਇੰਨੀ ਰੌਸ਼ਨੀ, ਇੰਨਾ ਹਲਕਾਪਨ ਤੇ ਹੁਣਪੁਣ ਪ੍ਰਦਾਨ ਕਰਦਾ ਹੈ। ਕੀ ਹੈ ਇਹ? ਕਿਸੇ ਵੇਲੇ ਪੰਜਾਬ ਦਾ ਰਾਜ ਪੰਛੀ ਰਿਹਾ ਇੱਕ ਚੱਕੀ ਰਾਹਾ, 3-4 ਘਰੇਲੂ ਚਿੜੀਆਂ, 2 ਘੁੱਗੀਆਂ, ਦੁਸੰਦੜ ਲੰਮੀ ਪੂੰਛੜ ਵਾਲੀ ਇੱਕ ਕਾਲੀ ਚਿੜੀ, ਕੁਝ ਬੁਲਬੁਲਾਂ, ਰੋਬਿਨ ਪੰਛੀ ਤੇ ਮੇਰੀ ਅਣਜਾਣੀ ਇੱਕ ਹੋਰ ਨਿਕਚੂ ਚਿੜੀ। ਕੋਲ ਬੈਠੀ ਸਾਡੀ ਮੰਡਲੀ ਦੀ ਮੌਜੂਦਗੀ ਤੋਂ ਬਿਨਾਂ ਬਿਲਕੁਲ ਬੇਲਾਗ ਉਹ ਚੁਗ ਰਹੇ ਤੇ ਮੈਂ ਜ਼ਰਾ ਹਟਵਾਂ ਖੜਾ ਇਹਨਾਂ ਨੂੰ ਤੱਕ ਰਿਹਾ ਹਾਂ। ਕੀ ਹੈ ਜੋ ਇਸ ਦ੍ਰਿਸ਼ ਨੂੰ, ਇਹਨਾਂ ਪਲਾਂ ਨੂੰ ਇੰਨੀ ਰੌਸ਼ਨੀ, ਇੰਨਾ ਹਲਕਾਪਣ ਤੇ ਹੁਣਪਨ ਪ੍ਰਦਾਨ ਕਰਦਾ ਹੈ? ਕੀ ਇਹ ਨਜ਼ਦੀਕੀ ਪਰਿਵਾਰ ਨਾਲ ਬਿਤਾਏ ਜਾ ਰਹੇ ਦੁਰਲੱਭ ਕੁਆਲਿਟੀ ਟਾਈਮ ਕਾਰਨ ਹੈ? ਕੀ ਇਹ
ਦੇ ਸੁੱਖ ਜਾਂ ਸਾਲ ਦੇ ਬਿਹਤਰੀਨ ਮੌਸਮ ਕਰਕੇ ਹੈ ਕਿ ਇਹ ਇਹਨਾਂ ਕੋਲ ਚੁਗਦੇ ਪੰਛੀਆਂ ਨਾਲ ਕੁਝ ਪਲਾਂ ਲਈ ਹੀ ਸਹੀ ਬੀਤੇ ਦੇ ਭਾਰ ਅਤੇ ਭਵਿੱਖ ਦੇ ਡਰ ਤੋਂ ਮੁਕਤ ਹੋਣ ਦੇ ਹੌਲੇਪਣ ਦਾ ਸਹਿਭਾਗੀ ਹੋਣਾ ਹੈ। ਪੰਛੀ ਨਿਹਾਰਦਿਆਂ ਇੰਜ ਦੀ ਰੌਸ਼ਨੀ ਤੇ ਹੁਣਪਨ ਮੈਂ ਪਹਿਲਾਂ ਕਈ ਵਾਰ ਮਹਿਸੂਸਿਆ ਹੈ। ਬਹੁਤ ਸਾਲ ਪਹਿਲਾਂ ਬੇਟੇ ਨਾਲ ਫਰੀਦਕੋਟ ਇੱਕ ਥਾਂ ਸਿਰਫ ਇੱਕੋ ਵਾਰ ਮੈਨਾ ਦੀਆਂ 4 ਪ੍ਰਜਾਤੀਆਂ ਨੂੰ ਇਕੱਠੇ ਚੁਗਦਿਆਂ ਵੇਖਣਾ, ਫਰੀਦਕੋਟ ਨਾਲ ਦੀ ਕੋਠੀ 'ਚ ਅੰਬ ਦੇ ਸੰਘਣੇ ਰੁੱਖ 'ਚ ਤੇ ਫਿਰ 2 ਕਵੀ ਦੋਸਤਾਂ ਨਾਲ ਹਰੀਕੇ ਉਹ ਦੁਰਲੱਭ ਫੈਂਟੇਲ ਪੰਛੀ ਪਛਾਣਨਾ, ਸ਼ਾਂਤ ਜੰਗਲ 'ਚੋਂ ਲੰਘਦਿਆਂ ਇੱਕ ਵਾਰ ਪੀਲਕ ਨਾਂ ਦੇ ਪੰਛੀ ਦੀ ਬੰਸਰੀ ਦੀ ਸੁਰ ਜਿਹੀ ਮਿੱਠੀ ਜਿਹੀ ਪੁਕਾਰ ਨੂੰ ਗੂੰਜਦਿਆਂ ਸੁਣਨਾ, ਪਹਿਲੀ ਵਾਰ ਪਿੰਡ ਆਪਣੇ ਖੇਤਾਂ 'ਚ ਲਾਲ ਮੁਨੀਆਂ ਚਿੜੀਆਂ ਵੇਖਣਾ, ਰਾਵੀ ਦੇ ਰੈਤੀਲੇ ਕੰਢੇ 'ਤੇ ਸੁਰਖਾਬ ਜੋੜਿਆਂ ਨੂੰ ਧੁੱਪ ਸੇਕਦੇ ਤੱਕਣਾ। ਕਈ ਸਾਲ ਪਹਿਲਾਂ ਜਦੋਂ ਪਿੰਡਾਂ 'ਚ ਅੰਮ੍ਰਿਤ ਵੇਲੇ ਲਾਊਡ ਸਪੀਕਰਾਂ ਦਾ ਚੱਲਣ ਨਹੀਂ ਸੀ, ਦੁਸਾਂਦੜ ਪੁੰਛੜ ਵਾਲੀ ਕਾਲੀ ਚਿੜੀ ਦਾ ਮੁਗਧ ਕਰ ਦੇਣ ਵਾਲਾ ਸਵੇਰ ਗਾਣ ਸੁਣਨਾ। ਇੰਜ ਦੇ ਕੁਝ ਹੋਰ ਪਲ ਬਟੋਰਨ ਵਾਸਤੇ ਅੱਜ ਅਸੀਂ ਪੌਂਗ ਡੈਮ 'ਤੇ ਜਾ ਰਹੇ ਹਾਂ। ਪੌਂਗ ਡੈਮ, ਜਿਸ ਬਾਰੇ ਅਖਬਾਰਾਂ 'ਚ ਅਕਸਰ ਲਿਖਿਆ ਮਿਲਦਾ ਹੈ ਕਿ ਉੱਥੇ ਹਰ ਸਿਆਲੇ ਦੂਰ ਦੇਸ਼ਾਂ ਤੋਂ ਹਜ਼ਾਰਾਂ ਪ੍ਰਵਾਸੀ ਪੰਛੀ ਆਉਂਦੇ ਨੇ। ਸ਼ਹਿਰੋਂ ਨਿਕਲੇ ਹਾਂ ਤਾਂ ਨਿੱਕੀ ਕਣਕ ਦੇ ਖੇਤਾਂ 'ਤੇ ਰੁਕੀ ਤਰਦੀ ਬੜੀ ਹਲਕੀ ਧੁੰਦ ਕਾਰਨ ਧੁੱਪ ਧੁੰਦਲੀਏ ਸ਼ੀਸ਼ੇ ਜਿਹੀ ਲੱਗ ਰਹੀ ਹੈ, ਮਤਲਬ ਧੁੰਦਲਾਈ ਸ਼ੀਸ਼ੇ ਜਿਹੀ ਲੱਗ ਰਹੀ ਹੈ। ਗੁਰਦਾਸਪੁਰ ਤੋਂ 25 ਕਿਲੋਮੀਟਰ ਦੂਰ ਮੁਕੇਰੀਆਂ ਤੋਂ 4-5 ਕਿਲੋਮੀਟਰ ਉਰਾਂ ਵਗਦੇ ਦਰਿਆ ਰਾਵੀ ਤੱਕ ਪਹੁੰਚਦਿਆਂ ਇਹ ਧੁੰਦ ਸੰਘਣੀ ਹੋ ਗਈ ਹੈ। ਮੁਕੇਰੀਆਂ ਤੋਂ 2-3 ਕਿਲੋਮੀਟਰ ਬਾਹਰ ਨਿਕਲੇ ਹਾਂ ਤਾਂ ਖੱਬੇ ਪਾਸੇ ਦੂਰ ਉੱਤਰ ਵੱਲ ਤਾਜ਼ੀ ਬਰਫ਼ ਨਾਲ ਢਕੇ ਵਿਸ਼ਾਲ ਧੌਲਾਧਾਰ ਪਹਾੜ ਦਿਸ ਰਹੇ ਹਨ। 3-4 ਦਿਨ ਪਹਿਲਾਂ ਪੰਜਾਬ ਅਤੇ ਹਿਮਾਚਲ 'ਚ ਜੰਮ ਕੇ ਮੀਂਹ ਵਰਿਆ ਤੇ ਪਹਾੜਾਂ 'ਤੇ ਬਰਫ਼ਬਾਰੀ ਹੋਈ ਸੀ। ਸੱਜੇ ਹੱਥ ਸੁਰਮਈ ਪਹਾੜਾਂ ਨੇ, ਸੜਕ ਦੇ ਦੋਵੇਂ ਪਾਸੇ ਕਣਕ ਤੇ ਵਿੱਚ ਚਮਕੀਲੀ ਪੀਲੀ ਸਰੋਂ ਦੇ ਖੇਤ, ਸਰਕੰਡੇ ਝਾੜੀਆਂ ਅਤੇ ਕਿਤੇ-ਕਿਤੇ ਅਜੇ ਵੀ ਬਚੇ ਸੰਘਣੇ ਗੋਲ ਤੇ ਸਾਵੇਂ ਸਾਉਲ ਛਤਰੀਆਂ ਵਾਲੇ ਅੰਬਾਂ ਦੇ ਪੁਰਾਤਨ ਰੁੱਖ ਨੇ। ਇੱਕ ਥਾਂ ਫੁੱਲ, ਸ਼ਾਇਦ ਗੈਂਦੇ ਦੇ, ਦਾ ਇੱਕੋ ਖੇਤ ਹੈ। ਉਹਦਾ ਰੰਗ ਪੱਕੇ ਮਾਲਟਿਆਂ ਜਿਹਾ ਗੂੜਾ ਹੈ। ਸਾਨੂੰ ਅੰਦਾਜ਼ਾ ਨਹੀਂ ਹੋਇਆ, ਪਰ ਸੜਕ ਦਿਸ਼ਾ ਬਦਲਦੀ ਜਾ ਰਹੀ ਤੇ ਪੈਂਡਾ ਮੁੱਕਦਾ ਜਾ ਰਿਹਾ। ਧੌਲਾਧਾਰ ਪਹਾੜ ਹੁਣ ਸਾਡੇ ਪਿੱਛੇ ਨੇ ਤੇ ਅਸੀਂ ਸੱਜੇ ਪਾਸੇ ਵਾਲੀਆਂ ਪਹਾੜੀਆਂ 'ਚੋਂ ਦੀ ਲੰਘ ਰਹੇ ਹਾਂ। ਉਹ ਅਣਛੂਹੇ ਜਾਪਦੇ ਜੰਗਲਾਂ ਨਾਲ ਢਕੀਆਂ ਜਾਪਦੀਆਂ ਨੇ। ਇਹਨਾਂ ਪਹਾੜੀ ਇਲਾਕਿਆਂ ਦਾ ਜਾਣਕਾਰ ਮੇਰਾ ਇੱਕ ਦੋਸਤ ਦੱਸਦਾ ਹੈ ਕਿ ਇਹ ਪਹਾੜੀਆਂ ਵੇਖਣ ਨੂੰ ਹੀ ਵੈਰਾਨ ਤੇ ਅਛੂਹ ਨੇ। ਇਹਨਾਂ ਦਾ 1-1 ਇੰਚ ਮਿਣਿਆ ਮਾਪਿਆ ਹੋਇਆ ਹੈ ਤੇ ਲੋਕਾਂ ਜਾਂ ਸਰਕਾਰ ਦੀ ਮਾਲਕੀ ਹੈ। ਕਾਰ 'ਚ ਵੱਜਦੇ ਲਤਾ ਮੁਕੇਸ਼ ਰਫੀ ਦੇ ਗੀਤਾਂ ਵਾਂਗ ਸਾਡਾ ਸਫ਼ਰ ਧੀਮਾ ਤੇ ਲੈਮਈ ਸਰਦੀਆਂ ਦੀ ਇਸ ਰੁੱਤ ਵਿੱਚ ਦੁਪਹਿਰ ਜਿਹਾ ਨਿੱਘਾ ਤੇ ਚੁਪਾਸੀ ਪਸਰੀ ਧੁੱਪ ਜਿਹਾ ਪ੍ਰਕਾਸ਼ਵਾਨ ਹੈ। ਪਿੰਡਾਂ ਘਰਾਂ ਤੇ ਸੰਘਣੀਆਂ ਆਬਾਦੀਆਂ ਲੰਘਦੇ ਅਸੀਂ ਪੌਂਗ ਡੈਮ ਨੇੜਲੇ ਖੁੱਲ੍ਹੇ ਤੇ ਜੰਗਲੀ ਇਲਾਕੇ ਵਿੱਚ ਪੁੱਜ ਗਏ ਹਾਂ। ਮਾੜੀ ਚਿੱਤਰਕਾਰੀ ਵਾਲੇ ਸਵਾਗਤੀ ਬੋਰਡ ਨੂੰ ਪੜ੍ਹਨ ਵਾਸਤੇ ਰੁਕ ਜਾਂਦੇ ਹਾਂ। ਪੌਂਗ ਡੈਮ 'ਤੇ 27 ਤਰ੍ਹਾਂ ਦੇ ਪੰਛੀ ਨੇ। ਝੀਲ 'ਚ ਅਨੋਖੀਆਂ ਮਹਾਸੀਰ ਮੱਛੀਆਂ ਨੇ ਤੇ 14,000 ਮਛਿਆਰਾ ਪਰਿਵਾਰਾਂ ਨੂੰ ਰੋਟੀ ਰੋਜ਼ੀ ਮਿਲਦੀ ਹੈ। ਪਰ ਡੈਮ 'ਤੇ ਪਹਿਰਾ ਦੇਂਦਾ ਬੈਰੀਅਰ ਕਾਰ ਪਿੱਛੇ ਖਲਾਰ ਕੇ ਪਰਮਿਟ ਲੈਣ ਦੀ ਜ਼ਰੂਰਤ, ਪਰਮਿਟ ਲੈਣ ਦੇ 10 ਮਿੰਟਾਂ ਅੰਦਰ ਡੈਮ ਪਾਰ ਕਰਨ ਦੀ ਮਜਬੂਰੀ, ਬੰਦੂਕਧਾਰੀ ਸਿਪਾਹੀ ਤੇ ਪੰਛੀਆਂ ਬਾਰੇ ਪੁੱਛਣ ਤੇ ਪਰਚੀਆਂ ਕੱਟਦੇ ਕਰਿੰਦੇ ਦੀ ਬੇਰੁਖੀ ਤੇ ਨਿਰਉਤਸ਼ਾਹੀ ਸਭ ਕਹਿੰਦੇ ਹਨ ਕਿ ਇੱਥੇ ਤੁਹਾਡਾ ਸਵਾਗਤ ਨਹੀਂ। ਪਾਸੀ ਵਿਆਪੀ ਬੇਰੌਣਕੀ ਵੀ ਇਹੀ ਕਹਿੰਦੀ ਹੈ, ਡੈਮ 'ਤੇ ਤੁਸੀਂ ਰੁਕ ਨਹੀਂ ਸਕਦੇ। ਕਾਰ ਅੰਦਰੋਂ ਹੀ ਸੱਜੇ ਹੱਥ ਦੂਰ ਤਾਈਂ ਪਸਰੇ ਸੁਰਮਈ ਸ਼ਾਂਤ ਪਾਣੀ, ਪਰਾਂ ਧੁਆਂਖੀਆਂ ਨੀਲੀਆਂ ਪਹਾੜੀਆਂ ਤੇ ਉਹਨਾਂ ਤੋਂ ਪਾਰ ਬਰਫ਼ ਢਕੇ ਧੌਲਾਧਾਰ ਤੇ ਵਿਸਤ੍ਰਿਤ ਨਜ਼ਾਰਾ ਵੇਖ ਸਕਦੇ ਹੋ। ਪਰ ਪੌਂਗ ਡੈਮ ਦੀ ਝੀਲ ਤੇ ਪੰਛੀ ਕਿੱਥੇ ਨੇ? ਮੈਂ ਦੂਰ ਤਾਈਂ ਨੀਝ ਲਾ ਕੇ ਤੱਕਦਾ, ਕਿਤੇ ਕੋਈ ਪੰਛੀ ਨਹੀਂ ਦਿਸਦਾ। ਡੈਮ ਪਾਰ ਕਰਕੇ ਇਸ ਪਾਸੇ ਵਾਲੇ ਬੈਰੀਅਰ ਤੇ ਉਹ 10 ਮਿੰਟੀ ਪਰਚੀ ਜਮ੍ਹਾਂ ਕਰਵਾ ਕੇ ਅਸੀਂ ਸੜਕ ਤੇ ਨਿਕਲ ਆਉਂਦੇ ਹਾਂ ਤੇ ਖੁੱਲ੍ਹਾ ਸਾਹ ਲੈਂਦੇ ਹਾਂ। ਖੱਬੇ ਹੱਥ ਨਿੱਕੇ ਜਿਹੇ ਪਾਰਕ 'ਚ ਮਹਾਰਾਣਾ ਪ੍ਰਤਾਪ ਦਾ ਬੁੱਤ ਲੱਗਿਆ ਹੋਇਆ ਹੈ ਤੇ ਇੱਕ ਬੋਰਡ 'ਤੇ ਉਹਦੇ ਜੀਵਨ ਤੇ ਸਮਿਆਂ ਦਾ ਸੰਖੇਪ ਬਿਓਰਾ ਹੈ। ਸੰਨ 1974 'ਚ ਚਾਲੂ ਹੋਏ ਪੌਂਗ ਡੈਮ, ਬਿਆਸ ਡੈਮ ਦਾ ਪੂਰਾ ਨਾਮ ਮਹਾਰਾਣਾ ਪ੍ਰਤਾਪ ਪੌਂਗ ਡੈਮ ਹੈ। ਪਾਰਕ 'ਚ ਧੁੱਪ 'ਚ ਲੇਟੇ ਇੱਕ ਬੰਦੇ ਤੋਂ ਅਸੀਂ ਪੰਛੀਆਂ ਬਾਰੇ ਪੁੱਛਦੇ ਹਾਂ।
ਉਹਨੂੰ ਕੁਝ ਨਹੀਂ ਪਤਾ, ਬੈਰੀਅਰ ਵਾਲੇ ਕਰਮਚਾਰੀ ਨੂੰ ਵੀ ਨਹੀਂ ਪਤਾ। ਆਸੇ-ਪਾਸੇ ਸੈਲਾਨੀ ਜਾਂ ਪੰਛੀ ਨਿਹਾਰਕ ਜਾਪਦਾ ਕੋਈ ਨਹੀਂ ਦਿਸਦਾ। ਸੜਕ 'ਤੇ ਇੱਕ ਬੋਰਡ ਲੱਗਾ ਹੈ, ਅਟਲ ਬਿਹਾਰੀ ਵਾਜਪਾਈ ਇੰਸਟੀਚਿਊਟ ਫਾਰ ਵਾਟਰ ਸਪੋਰਟਸ। ਤੀਰ ਲਾ ਕੇ ਦਿਸ਼ਾ ਦੱਸੀ ਗਈ। ਅਸੀਂ ਉੱਧਰ ਚੱਲ ਪੈਂਦੇ ਹਾਂ। ਇਹ ਪੌਂਗ ਡੈਮ ਝੀਲ ਦਾ ਕੰਢਾ ਹੈ ਅਤੇ ਇੱਥੇ ਇੱਕ 2 ਮੰਜ਼ਿਲਾ ਹੋਸਟਲ, ਇੱਕ ਵੱਡੇ ਡਾਈਨਿੰਗ ਹਾਲ ਵਾਲੀ ਕੰਟੀਨ ਤੇ ਇੱਕ ਦਫ਼ਤਰੀ ਇਮਾਰਤ ਹੈ। ਬਾਹਰ ਗਰਾਊਂਡ ਵਿੱਚ ਕੁਝ ਮੁੰਡੇ ਬੰਦੇ ਵਾਲੀਬਾਲ ਖੇਡ ਰਹੇ ਨੇ। ਇੱਕ ਪਾਸੇ ਸਟੈਂਡਾਂ 'ਤੇ ਫਾਈਬਰ ਗਲਾਸ ਦੀਆਂ ਲਾਲ ਪੀਲੀਆਂ ਕਿਸ਼ਤੀਆਂ ਮੁੱਦੀਆਂ ਟਿਕਾਈਆਂ ਪਈਆਂ ਨੇ। ਇਹਨਾਂ ਸਭ ਨੂੰ ਪਾਰ ਕਰਦੇ ਅਸੀਂ ਐਨ ਪਰਲੇ ਪਾਸੇ, ਜਿੱਥੋਂ ਝੀਲ ਦਾ ਵਿਸ਼ਾਲ ਨਜ਼ਾਰਾ ਦਿਸਦਾ ਹੈ, ਪੁੱਜ ਜਾਂਦੇ ਹਾਂ। ਪਰ ਕਿਤੇ ਕੋਈ ਪੰਛੀ ਨਹੀਂ। ਪਰਤਦੇ ਸਮੇਂ ਅਸੀਂ ਵੱਡੇ ਸਾਰੇ ਦਫ਼ਤਰ 'ਚ ਇਕੱਲੇ ਤੇ ਵਿਹਲੇ ਬੈਠੇ ਬੰਦੇ ਤੋਂ ਪੰਛੀਆਂ ਬਾਰੇ ਪੁੱਛਦੇ ਹਾਂ। ਤੁਸੀਂ ਧਮੇਟਾ ਜਾਓ ਜੀ। ਇਸੇ ਸੜਕ 'ਤੇ ਅੱਗੇ 13 ਕਿਲੋਮੀਟਰ ਹੈ। ਉੱਥੇ ਤੁਹਾਨੂੰ ਪੰਛੀ ਦਿਸਣਗੇ। ਉੱਥੇ ਇਹ ਬਹੁਤ ਨੇ, ਉਹ ਦੱਸਦਾ ਹੈ। ਵਾਲੀਬਾਲ ਦੇ ਖਿਡਾਰੀ ਗੇਮ ਲਾ ਕੇ ਹੁਣ ਪਰਤ ਰਹੇ ਹਨ ਤੇ ਸਾਡੇ ਮੋਢਿਆਂ 'ਤੇ ਦੂਰਬੀਨ ਤੇ ਕੈਮਰਾ ਵੇਖ ਉਹਨਾਂ 'ਚੋਂ ਇੱਕ ਹਿਮਾਚਲੀ ਲਹਿਜੇ ਵਾਲੀ ਹਿੰਦੀ 'ਚ ਸਾਨੂੰ ਪੁੱਛਦਾ ਹੈ, ਡੈਮ ਕੀ ਫੋਟੋ ਤੋਂ ਨਹੀਂ ਖਿੱਚੀ ਨਾ? ਗੂਗਲ ਅਰਥ ਦੇ ਜ਼ਮਾਨੇ 'ਚ ਇਹ ਕਿੰਨੀ ਬਚਕਾਨੀ ਗੱਲ ਹੈ। ਫਿਰ ਸਾਡੇ ਪੁੱਛਣ 'ਤੇ ਦੱਸਦਾ ਹੈ, ਪੰਛੀ खूब मिलते हैं सुबह शाम को, अब दोपहर को कहाँ मिलेंगे। ਅਸੀਂ ਧਮੇਟਾ ਲਈ ਕਾਰ ਤੋਰ ਲੈਂਦੇ ਹਾਂ। ਨਾਲ ਹੀ ਚੜ੍ਹਾਈ ਸ਼ੁਰੂ ਹੋ ਜਾਂਦੀ ਹੈ ਤੇ ਸਵਾਗਤ 'ਚ ਖੜ੍ਹੇ ਪਹਾੜੀ ਇਲਾਕਿਆਂ ਦੀ ਖਾਸ ਨਿਸ਼ਾਨੀ ਚੀੜ ਦੇ ਰੁੱਖ ਦਿਖਾਈ ਦੇਣ ਲੱਗਦੇ ਨੇ। ਸੜਕ ਵੱਲ ਖਾਣ ਲੱਗਦੀ ਹੈ ਤੇ ਸਲੇਟ ਦੀਆਂ ਢਾਲਵੀਆਂ ਤਿਕੋਣੀਆਂ ਛੱਤਾਂ ਵਾਲੇ ਨਿੱਕੇ ਪਹਾੜੀ ਘਰ ਦਿਸਣ ਲੱਗਦੇ ਹਨ। ਘਰਾਂ ਦੇ ਮਟਿਆਲੇ ਗੇਰੂਏ ਹਰੇ ਲਾਖੇ ਲਾਲ ਟਾਵੇਂ ਬਿਲੰਬਰੀ ਤੇ ਪੀਲੇ ਰੰਗ ਦੀਆਂ ਅੱਖਾਂ ਨੂੰ ਲੱਗਣ 'ਤੇ ਨਵੇਂ ਲੱਗਦੇ ਹਨ। ਮੈਦਾਨਾਂ 'ਚ ਵੀ ਘਰਾਂ ਦੇ ਇਹ ਰੰਗ ਹੋਣਗੇ, ਪਰ ਇੱਥੇ ਪਹਾੜਾਂ 'ਚ ਘਰ ਇੰਨੇ ਨੇੜੇ ਨਾ ਹੋਣ ਅਤੇ ਉਹਨਾਂ ਦਾ ਵੱਖਰੇ ਧਰਾਤਲ 'ਤੇ ਹੋਣ ਕਾਰਨ ਰੰਗ ਤੇ ਆਕਾਰ ਉਗੜਵੇਂ ਦਿਸਦੇ ਨੇ। ਫਿਰ ਆਸ-ਪਾਸ ਹਰੀਆਂ ਪਹਾੜੀਆਂ, ਸਰੋਂ ਤੇ ਕਣਕ ਦੇ ਖੇਤ, ਸਰਦੀਆਂ ਦੀ ਚਮਕੀਲੀ ਧੁੱਪ ਤੇ ਸੈਲਾਨੀ ਦੀ ਅੱਖ ਉਹਨਾਂ ਨੂੰ ਵੱਖਰਾ ਇਨਾਮ ਦਿੰਦੀ ਹੈ। ਧਮੇਟਾ ਨਿੱਕਾ ਜਿਹਾ ਪਿੰਡ ਹੈ। ਸੜਕ ਦੁਆਲੇ ਨਿੱਕਾ ਬਾਜ਼ਾਰ ਹੈ। ਕਾਰ ਤੋਂ ਉਤਰਦਿਆਂ ਮੈਂ ਸਕੂਲ ਦੇ ਮਾਸਟਰ ਜਾਪਦੇ ਤੇ ਖੁਸ਼ ਚਿਹਰੇ ਵਾਲੇ 50-55 ਸਾਲ ਦੇ ਬੰਦੇ ਤੋਂ ਪੁੱਛਦਾ ਹਾਂ, ਪੰਛੀ ਨਹੀਂ ਇੱਥੇ? ਨਹੀਂ, ਤੁਸੀਂ ਇੱਥੋਂ 3 ਕਿਲੋਮੀਟਰ ਦੂਰ ਗੱਟਾ ਪਿੰਡ ਜਾਓ। ਪਹਿਲਾਂ ਛੋਟਾ ਗੱਟਾ ਫਿਰ ਵੱਡਾ ਗੱਟਾ ਪਿੰਡ ਆਏਗਾ। ਵੱਡੇ ਗੱਟੇ ਵਿੱਚ ਸੱਜੇ ਹੱਥ ਸਕੂਲ ਹੈ, ਉੱਥੇ ਗੱਡੀ ਲਾ ਦਿਓ। ਨਾਲ ਸਕੂਲੋਂ ਕਿਸੇ ਮਾਸਟਰ ਨੂੰ ਲੈ ਲੈਣਾ। 2-3 ਫਰਲਾਂਗ ਤੁਰਨਾ ਪਵੇਗਾ। ਉਹ ਚੰਗੀ ਤਰ੍ਹਾਂ ਸਮਝਾਉਂਦਾ ਹੈ। ਅਸੀਂ ਗੱਡੀ ਫੇਰ ਤੋਰ ਲੈਂਦੇ ਹਾਂ। ਫਿਰ ਨਿੱਕੇ ਪਿੰਡ ਆਉਂਦੇ ਨੇ, ਪਰ ਸਾਡੇ ਹਿਸਾਬੀ 3 ਕਿਲੋਮੀਟਰ ਮਗਰੋਂ ਵੀ ਗੱਟਾ ਨਾਂ ਦਾ ਬੋਰਡ ਨਹੀਂ ਦਿਸਦਾ। 5-6 ਕਿਲੋਮੀਟਰ 'ਤੇ ਗੱਡੀ ਰੋਕ ਕੇ ਪੁੱਛਦੇ ਹਾਂ। ਪਤਾ ਲੱਗਦਾ ਹੈ ਕਿ ਗੱਟਾ ਪਿੰਡ ਤਾਂ ਪਿੱਛੇ ਪਾਸੇ ਛੱਡ ਆਏ ਹਾਂ। ਸਾਨੂੰ ਦਿਸਿਆ ਕਿਉਂ ਨਾ? ਪਰਤਦਿਆਂ ਪਤਾ ਲੱਗਾ ਕਿ ਬੋਰਡ 'ਤੇ ਪਿੰਡ ਦਾ ਨਾਂ ਸਿਰਫ ਇੱਕ ਪਾਸੇ ਹੀ ਲਿਖਿਆ ਹੈ। ਫਿਰ ਪੁੱਛ ਕੇ ਇੱਕ ਪੁਲ ਕੋਲੋਂ ਕਾਰ ਖੱਬੇ ਪਾਸੇ ਥੱਲੇ ਨੂੰ ਇੱਕ ਕੱਚੀ ਪੱਕੀ ਉੱਬੜ ਖਾਬੜ ਨਿੱਕੀ ਸੜਕ 'ਤੇ ਪਾ ਲੈਂਦੇ ਹਾਂ। ਇੱਕ ਨਿੱਕੇ ਪਿੰਡ ਦੇ ਕੁਝ ਘਰਾਂ ਮਗਰੋਂ ਸੜਕ ਖਤਮ ਹੋ ਜਾਂਦੀ ਤੇ ਟਰੈਕਟਰ ਲੀਹ ਹੇਠਾਂ ਨੂੰ ਉਤਰਨ ਲੱਗਦੀ ਹੈ। ਲੀਹ ਦੇ ਦੋਹੀਂ ਪਾਸੇ ਪਥਰੀਲੀ ਭੂਰੀ ਸੌਲੀ ਬਿਨ ਬੂਟਾ ਜ਼ਮੀਨ ਹੈ। ਕਿਸੇ ਕਾਰ ਰੈਲੀ 'ਚ ਕਾਰ ਚਲਾਉਣ ਜਿਹਾ ਅਹਿਸਾਸ ਹੈ। ਦੂਰ ਪਾਣੀ ਦਿਸਣ ਲੱਗਾ ਹੈ। ਇਹ ਪੌਂਗ ਝੀਲ ਦਾ ਇੱਕ ਦੂਰਲਾ ਹਿੱਸਾ ਹੈ। ਇੱਕ ਥਾਂ 150 ਮੱਝਾਂ ਗਾਵਾਂ ਬੈਠੀਆਂ ਖੜੀ ਜੁਗਾਲੀ ਕਰ ਰਹੀਆਂ ਨੇ ਤੇ ਜਿਨ੍ਹਾਂ ਦੀ ਗਿਣਤੀ 150-200 ਹੈ। ਕੋਲ ਇੱਕ ਗੁੱਜਰ ਬੈਠਾ ਹੈ। ਇੱਥੇ ਦੂਰ ਤਾਈਂ ਪਥਰੀਲੀ ਬੰਜਰ ਜ਼ਮੀਨ ਹੈ। ਇਹ ਇੱਥੇ ਕਿਉਂ ਲਿਆਂਦੀਆਂ ਗਈਆਂ ਨੇ? ਸ਼ਾਇਦ ਇਹਨਾਂ ਨੂੰ ਇੱਥੇ ਪਾਣੀ ਪਿਆਉਣ ਲਈ ਉਹ ਗੁੱਜਰ ਲੈ ਕੇ ਆਇਆ ਸੀ। ਕੁਝ ਅੱਗੇ ਜਾ ਕੇ ਜਦੋਂ ਟਰੈਕਟਰ ਲੀਹ ਵੀ ਖਤਮ ਹੋ ਜਾਂਦੀ ਹੈ ਤਾਂ ਕਾਰ 'ਚ ਉਤਰ ਕੇ ਅਸੀਂ ਪਾਣੀ ਪੀਣ ਵੱਲ ਨੂੰ ਤੁਰ ਪੈਂਦੇ ਹਾਂ। ਇੰਨੀ ਪਥਰੀਲੀ ਜ਼ਮੀਨ 'ਤੇ ਵੀ ਕਿਤੇ ਕਣਕ ਬੀਜੀ ਹੋਈ ਹੈ। ਖੇਤਾਂ 'ਚ ਇੱਕਾ ਦੁੱਕਾ ਸਿੰਥੈਟਿਕ ਚਿੱਟੀਆਂ ਖਾਦਾਂ ਦੀਆਂ ਬੋਰੀਆਂ ਦੀਆਂ ਨਿੱਕੀਆਂ ਝੁੱਗੀਆਂ ਨੇ। ਮੱਘਾਂ ਤੇ ਹੋਰ ਪੰਛੀਆਂ ਤੋਂ ਆਪਣੀ ਫਸਲ ਬਚਾਉਣ ਲਈ ਉਹਨਾਂ ਕੋਲ ਇੱਕਾ ਦੁੱਕਾ ਬੰਦੇ ਵੀ ਬੈਠੇ ਨੇ। ਬੰਦਾ ਆਪਣੀ ਕਣਕ ਬਚਾ ਰਿਹਾ ਹੈ ਤੇ ਮੱਘਾਂ ਦੀ ਜੂਹ 'ਤੇ ਕਬਜ਼ਾ ਕਰ ਰਿਹਾ ਹੈ। ਛੱਲੇਦਾਰ ਗੋਲ ਅੱਖਾਂ ਵਾਲਾ ਚਿੱਟਾ ਭੂਰਾ ਇੱਕ ਨਿੱਕਾ ਜਿਹਾ ਤੇਜ਼ ਜ਼ਮੀਨੀ ਦੌੜ ਲਾਉਂਦਾ ਸਾਡੇ ਤੋਂ ਦੂਰ ਭੱਜ ਜਾਂਦਾ ਹੈ। ਦੂਰ ਪਾਣੀ
'ਚ ਤੇ ਕਿਨਾਰੇ 'ਤੇ ਆਖਰ ਪ੍ਰਵਾਸੀ ਪੰਛੀ ਦਿਸ ਹੀ ਪਏ ਨੇ। ਇੱਕ ਖਸਤਾ ਹਾਲਤ ਬੇਰੰਗ ਹੋਈ ਕਿਸ਼ਤੀ ਕਿਨਾਰੇ 'ਤੇ ਪਈ ਹੈ। ਪਾਣੀ ਦੇ ਝੀਲ-ਨੁਮਾ ਪਸਾਰ ਤੋਂ ਪਾਰ ਪਹਾੜੀਆਂ ਨੇ ਤੇ ਉਹਨਾਂ ਤੋਂ ਪਰੇ ਬਹੁਤ ਦੂਰ ਬਰਫ਼ਧਾਰੀ ਧੌਲਾਦਾਰ ਪਹਾੜ ਆਪਣੇ ਪੂਰੇ ਵੈਭਵ ਤੇ ਵਿਸ਼ਾਲਤਾ 'ਚ ਦਿਸਦੇ ਨੇ। ਧੌਲਾਦਾਰ ਸਫੇਦ ਰੰਗ ਧਾਰਨ ਵਾਲੇ ਪਹਾੜ ਭਾਰਤ ਦੇ ਉੱਤਰੀ ਮੈਦਾਨ 'ਚੋਂ ਦਰਸ਼ਨੀ ਢੰਗ ਨਾਲ ਅਸਮਾਨੀ ਉੱਠੇ ਹੋਏ ਹਨ। ਇਹਨਾਂ ਦੀਆਂ ਕਈ ਚੋਟੀਆਂ 17,000 ਫੁੱਟ ਦੇ ਕਰੀਬ ਉੱਚੀਆਂ ਨੇ। ਸਭ ਤੋਂ ਉੱਚੀ ਹਨੂਮਾਨ ਜੀ ਕਾ ਟਿੱਬਾ 18,500 ਫੁੱਟ ਬੁਲੰਦ। ਪਹਾੜਾਂ ਦੇ ਅੰਦਰ ਕਈ ਝੀਲਾਂ ਨੇ। ਮੁੱਖ ਬਾਹਰੀ ਹਿਮਾਲਿਆ ਪਹਾੜ ਕੜੀਆਂ ਦੀ ਇਹ ਪਹਾੜ ਦੱਖਣੀ ਸ਼ਾਖ ਨੇ। 3-4 ਦਿਨ ਪਹਿਲਾਂ ਵਰੇ ਭਰਪੂਰ ਮੀਂਹ ਕਾਰਨ ਉੱਬੜ ਖਾਬੜ ਪਥਰੀਲੀ ਜ਼ਮੀਨ ਜ਼ਰਾ ਖੋਬੇ ਵਾਲੀ ਤੇ ਤਿਲਕਵੀਂ ਹੈ। ਭਲ ਦੀ ਪਰਤ ਠੰਡ ਤੇ ਕੋਰੇ ਕਾਰਨ ਇੱਥੇ ਉੱਗੇ ਘਾਹ ਦੀਆਂ ਲੰਮੀਆਂ ਤੀੜਾਂ ਬੇਰੰਗ ਤੇ ਬੇਜਾਨ ਜਾਪਦੀਆਂ ਹਨ, ਪਰ ਉਹ ਜੀਵਤ ਨੇ। ਘਾਹ ਕਦੇ ਨਹੀਂ ਮਰਦਾ। ਜ਼ਮੀਨ ਤੇ ਕਿਸੇ ਮੌਸ ਦੇ ਹਰੇ ਰੰਗ ਦਾ ਛਿੜਕਾਅ ਹੈ। ਸੁੱਕੀਆਂ ਥਾਵਾਂ ਅਤੇ ਪੱਥਰਾਂ 'ਤੇ ਪੈਰ ਧਰ ਕੇ ਅਸੀਂ ਪਾਣੀ ਵੱਲ ਵੱਧ ਰਹੇ ਹਾਂ। ਲਹਿਰਾਂ ਦੀ ਲੱਪ-ਲੱਪ ਅਤੇ ਚੁਕੰਨੇ ਹੋ ਗਏ ਪੰਛੀ ਜੋ ਹਨ, ਉਹਨਾਂ ਦੀਆਂ ਚੇਤਾਵਨੀਆਂ ਪੁਕਾਰਾਂ ਸੁਣਨ ਲੱਗੀਆਂ ਨੇ। ਹੋਰ ਅੱਗੇ ਗਏ ਤਾਂ ਉਹ ਡਰ ਕੇ ਉੱਡ ਜਾਣਗੇ। ਇਹ ਡਰ ਪੰਛੀਆਂ ਨੂੰ ਮਨੁੱਖ ਨੇ ਸਿਖਾਇਆ ਹੈ। ਸਮੁੰਦਰਾਂ 'ਚ ਦੂਰ ਦੁਰਾਡੇ ਟਾਪੂਆਂ ਜਿਵੇਂ ਕਿ ਅੰਟਾਰਕਟਿਕਾ 'ਚ, ਗਲੈਪਾਗੋਸ ਟਾਪੂਆਂ 'ਚ ਤੁਸੀਂ ਪੰਛੀਆਂ ਤੇ ਹੋਰ ਜੀਵਾਂ ਨੂੰ ਹੱਥ ਵਧਾ ਕੇ ਛੂਹ ਸਕਦੇ ਹੋ, ਕਿਉਂਕਿ ਇਹ ਜੀਵ ਕਦੇ ਮਨੁੱਖ ਦੇ ਸੰਪਰਕ 'ਚ ਨਹੀਂ ਆਏ ਹੁੰਦੇ। ਅਸੀਂ ਰੁਕ ਗਏ ਹਾਂ। ਮੇਰੇ ਦੋਸਤ ਨੇ ਆਪਣਾ ਟੈਲੀ ਲੈਂਸ ਵਾਲਾ ਕੈਮਰਾ ਤੇ ਮੈਂ ਆਪਣੀ ਦੂਰਬੀਨ ਅੱਖਾਂ ਨੂੰ ਲਾ ਲਈ। ਪੰਛੀ ਬਹੁਤ ਨੇੜੇ ਦਿਸਣ ਲੱਗੇ ਤੇ ਪਛਾਣਨ ਯੋਗ ਹੋ ਗਏ। ਕਿਨਾਰੇ 'ਤੇ ਇੱਕ ਲਾਖਾ ਸੁਨਹਿਰੀ ਸੁਰਖਾਬ ਜੋੜਾ ਬੈਠਾ। ਇੰਨੇ ਸਾਲਾਂ ਦੌਰਾਨ ਮੈਂ ਕਦੇ ਕੋਈ ਸੁਰਖਾਬ ਪੰਛੀ ਇਕੱਲਾ ਨਹੀਂ ਤੱਕਿਆ। ਪਾਣੀ 'ਚ ਸੀਖ ਪਰ ਬੱਤਕਾਂ ਤਰ ਰਹੀਆਂ ਹਨ। ਖਾਣ ਵਾਸਤੇ ਜਦੋਂ ਉਹ ਅੱਧਾ ਡੁਬਕੀ ਲਾਉਂਦੀਆਂ ਨੇ ਤਾਂ ਉਹਨਾਂ ਦੀ ਉੱਪਰ ਨੂੰ ਉੱਠੀ ਹੋਈ ਨੁਕੀਲੀ ਪੂਛਲ ਸਾਫ਼ ਦਿਖਾਈ ਦਿੰਦੀ ਹੈ। ਹੋਰ ਵੀ ਕੁਝ ਪੰਛੀ ਪ੍ਰਜਾਤੀਆਂ ਨੇ, ਪਰ ਮੈਂ ਉਹਨਾਂ ਨੂੰ ਪਛਾਣਦਾ ਨਹੀਂ। ਇੱਕ ਜਾਤੀ ਸਾਵੇ ਮੱਘ ਤੋਂ ਸਿਵਾਏ ਦੂਰਬੀਨ 'ਚ ਵੇਖ ਕੇ ਮੈਂ ਇਹਨਾਂ ਨੂੰ ਇੱਕਦਮ ਪਛਾਣ ਲਿਆ। ਹਲਕੇ ਪੀਲੇ ਭੂਰੇ ਰੰਗ ਦੇ 2-3 ਕਿਲੋ ਦੇ ਇਸ ਪੰਛੀ ਦੇ ਸਿਰ 'ਤੇ ਦੋਹੀਂ ਪਾਸੇ 2-2 ਖਾਸ ਕਾਲੀਆਂ ਧਾਰੀਆਂ ਹੁੰਦੀਆਂ ਹਨ। ਇਸੇ ਕਾਰਨ ਇਹਨਾਂ ਨੂੰ ਧਾਰੀਦਾਰ ਸਿਰ ਵਾਲਾ ਕਿਹਾ ਜਾਂਦਾ ਹੈ। ਮੈਂ ਇਹਨਾਂ ਨੂੰ ਡਿਸਕਵਰੀ ਚੈਨਲ ਉੱਤੇ ਲੱਦਾਖ ਤੇ ਚੀਨ ਦੀ ਹੱਦ 'ਤੇ ਸਥਿਤ ਪੈਨਗਾਂਗ ਝੀਲ 'ਤੇ, ਜਿੱਥੇ ਇਹ ਆਂਡੇ ਦਿੰਦੇ ਹਨ ਤੇ ਆਪਣੇ ਚੂਚੇ ਪਾਲਦੇ ਹਨ, ਵੇਖਿਆ ਸੀ। ਮੱਧ ਏਸ਼ੀਆਈ ਦੀਆਂ ਇੰਜ ਦੀਆਂ ਪਰਬਤੀ ਝੀਲਾਂ ਜਿਨ੍ਹਾਂ ਦੁਆਲੇ ਦੇ ਨਿੱਕੇ ਘਾਹਾਂ 'ਚ ਇਹ ਚੁਗਦੇ ਨੇ, ਇਹਨਾਂ ਦਾ ਗਰਮੀਆਂ ਦਾ ਬਸੇਰਾ ਹੁੰਦੀਆਂ ਨੇ। ਤਿੱਬਤ, ਕਜ਼ਾਕਿਸਤਾਨ, ਮੰਗੋਲੀਆ ਤੇ ਰੂਸ ਤੋਂ ਇਹ ਸਰਦ ਰੁੱਤ ਦੇ ਸ਼ੁਰੂ 'ਚ ਦੱਖਣ ਵੱਲ ਨੂੰ ਪ੍ਰਵਾਸ ਕਰਦੇ ਅਤੇ ਸਾਰੀਆਂ ਸਰਦੀਆਂ ਆਸਾਮ ਤੋਂ ਲੈ ਕੇ ਤਾਮਿਲਨਾਡੂ ਤਾਈਂ ਸਾਰੇ ਭਾਰਤ 'ਚ ਵੇਖੇ ਜਾ ਸਕਦੇ ਨੇ। ਪ੍ਰਵਾਸ ਦੌਰਾਨ ਇਹ ਹਿਮਾਲਿਆ ਪਾਰ ਕਰਦੇ ਹਨ। ਇਹ ਦੁਨੀਆ ਦੇ ਸਭ ਤੋਂ ਉੱਚੇ ਉੱਡਣ ਵਾਲੇ ਪੰਛੀਆਂ 'ਚੋਂ ਨੇ। ਇਹਨਾਂ ਨੂੰ ਮਾਊਂਟ ਐਵਰੈਸਟ, ਜਿੱਥੇ ਤਾਪਮਾਨ -, ਤੋਂ ਬਹੁਤ ਹੇਠਾਂ ਅਤੇ ਹਵਾ 'ਚ ਆਕਸੀਜਨ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਤੇ ਉੱਤੋਂ ਹੀ ਉੱਡਦਿਆਂ ਵੇਖਿਆ ਸੁਣਿਆ ਗਿਆ ਹੈ। ਪਰ ਉਪਗ੍ਰਹਿ ਟਰੈਕਿੰਗ ਰਾਹੀਂ ਇਹਨਾਂ ਨੂੰ ਵੱਧ ਤੋਂ ਵੱਧ 21,600 ਫੁੱਟ ਲੰਮੇ ਹਿਮਾਲਿਆਈ ਦਰੇ ਪਾਰ ਕਰਦਿਆਂ ਰਿਕਾਰਡ ਕੀਤਾ ਗਿਆ ਹੈ। ਮੇਰੇ ਦੋਸਤ ਨੇ ਇਹਨਾਂ ਦੀਆਂ ਕਿਨਾਰੇ 'ਤੇ ਖੜੇ ਸੁਸਤਾਉਂਦਿਆਂ, ਤੁਰਦਿਆਂ ਤੇ ਉੱਡਦਿਆਂ ਬਹੁਤ ਸਾਰੀਆਂ ਤਸਵੀਰਾਂ ਲੈ ਲਈਆਂ ਨੇ। ਗੁਰਦਾਸਪੁਰ ਤੋਂ 80 ਕਿਲੋਮੀਟਰ ਦਾ ਸਾਡਾ ਸਫ਼ਰ ਸਾਰਥਕ ਹੋ ਗਿਆ ਹੈ। ਦੁਪਹਿਰ ਢਲਣ 'ਤੇ ਭੁੱਖ ਲੱਗਣ ਲੱਗੀ ਹੈ। ਪਰਤਦਿਆਂ ਪੌਂਗ ਡੈਮ ਤੋਂ ਉਰਾਂ ਚੰਗੇ ਦਿਸਦੇ ਇੱਕ ਢਾਬੇ 'ਤੇ ਰੁਕ ਕੇ ਧੁੱਪ 'ਚ ਬੈਠ ਗਏ ਹਾਂ। ਇੱਥੇ ਪੌਂਗ ਝੀਲ ਦਾ ਇੱਕ ਹਿੱਸਾ ਪਹਾੜੀ ਤੇ ਧੌਲਾਦਾਰ ਦਿਸਦੇ ਨੇ। ਧੁੱਪ ਗੁਣਗੁਣੀ, ਅਲਸਾਹਟ ਭਰਨ ਵਾਲੀ ਤੇ ਧਰਤੀ ਤੇ ਇੰਨੇ ਪ੍ਰਦੂਸ਼ਣ ਦੇ ਬਾਵਜੂਦ ਅਸਮਾਨ ਦਾ ਰੰਗ ਇੱਥੇ ਅਲਸੀ ਦੇ ਫੁੱਲਾਂ ਜਿਹਾ ਨੀਲਾ ਹੈ। ਅਜੇ ਜਨਵਰੀ 3/4 ਬੀਤੀ ਹੈ। ਫੱਗਣ ਚੜ੍ਹਨ ਨੂੰ ਵਾਹਵਾ ਦਿਨ ਪਏ ਹਨ, ਪਰ ਢਾਬੇ ਦੇ ਬਾਹਰ ਇੱਕ ਰੁੱਖ ਪੁੰਗਰ ਜੋਵਨ 'ਤੇ ਹੈ। ਹਰ ਰੁੱਖ ਦਾ ਸ਼ਾਇਦ ਆਪਣਾ ਇੱਕ ਨਿੱਜੀ ਮੌਸਮ ਵੀ ਹੁੰਦਾ ਹੈ। ਰੁੱਖ 'ਤੇ 2 ਮੈਨਾ ਪੰਛੀਆਂ ਨੇ ਆਪਣੇ 20 ਸੂਰੇ ਗੀਤਾਂ ਨਾਲ ਰੌਣਕ ਲਾਈ ਹੋਈ ਹੈ। 2 ਚਿਟਗੱਲੀਆਂ ਬੁਲਬੁਲਾਂ ਉਹਨਾਂ ਨੂੰ ਵੇਖ ਕੇ ਪਰਤ ਗਈਆਂ ਹਨ। ਇੱਕ ਮੈਗਪਾਈ ਨੇੜਲੇ ਕਿਸੇ ਦਰੱਖਤ 'ਚ ਕੁਰਕਤ ਕੈਂ-ਕੈਂ ਕਰ ਰਹੀ ਹੈ। ਖਾਣਾ ਪਰੋਸਿਆ ਗਿਆ। ਮੇਰੇ ਵਾਸਤੇ ਕੜੀ ਚਾਵਲ ਤੇ ਮੇਰੇ ਦੋਸਤ ਵਾਸਤੇ ਮੱਛੀ ਚਾਵਲ। ਪਰ ਇਹ ਕੋਈ ਸਥਾਨਕ ਮੱਛੀ ਹੈ। ਪੌਂਗ ਡੈਮ ਵਾਲੀ ਮਸ਼ਹੂਰ
ਮਾਂ ਸਿਰ ਨਹੀਂ, ਸਮੇਂ ਸਥਾਨ ਮਾਹੌਲ ਦਾ ਯੋਗਦਾਨ ਵੀ ਹੋਵੇਗਾ। ਕੜੀ ਮੈਨੂੰ ਬੜੀ ਸੁਆਦਲੀ ਲੱਗੀ ਹੈ। ਇਹ ਸਾਦਾ ਸਧਾਰਨ ਖਾਣਾ ਮੈਨੂੰ ਵਿਆਹਾਂ ਤੇ ਸਿਤਾਰਾ ਹੋਟਲਾਂ 'ਚ ਖਾਧੇ ਵਧੀਆ ਖਾਣਿਆਂ ਨਾਲੋਂ ਬਹੁਤ ਜ਼ਿਆਦਾ ਸੁਆਦਲਾ ਲੱਗਿਆ। ਖਾਸ ਕਰਕੇ ਪਰਾਤਨਾਡਾ ਦੇ ਸ਼ਾਦੀ ਸਮਾਰੋਹਾਂ 'ਚ ਤਾਂ ਇੰਨੀਆਂ ਵੰਨਗੀਆਂ ਦੇ ਵਿਅੰਜਨ, ਸੁਆਦਾਂ ਸੁਗੰਧਾਂ ਦੀ ਇੰਨੀ ਵਿਵਧਤਾ ਅਤੇ ਭੋਜਨ ਦੀ ਇੰਨੀ ਬਹੁਤਾਤ ਹੁੰਦੀ ਏ ਕਿ ਘੱਟੋ ਘੱਟ ਮੇਰੇ ਤਾਂ ਸਾਰੇ ਸੁਆਦ ਸੁਗੰਧ ਤੰਤੂ ਬੌਂਦਲਾ ਜਾਂਦੇ ਹਨ। ਮੈਂ ਢੰਗ ਨਾਲ ਕੁਝ ਵੀ ਨਹੀਂ ਮਾਣ ਸਕਦਾ। ਢਾਬਾ ਮਾਲਕ ਰਸੋਈਏ ਕੋਲ ਮੈਂ ਖਾਣੇ ਦੀ ਤਾਰੀਫ ਕਰਦਾ ਹਾਂ ਤਾਂ ਪਹਿਲਾਂ ਤਾਂ ਉਹ ਸਿਰ ਝੁਕਾ ਕੇ ਇਸ ਨੂੰ ਕਬੂਲ ਕਰਦਾ ਹੈ, ਫਿਰ ਕਹਿੰਦਾ ਹੈ, ਅਸੀਂ ਤਾਂ ਜੀ ਖੱਟੀ ਲੱਸੀ ਨੂੰ ਤੜਕਾ ਲਾਉਂਦੇ ਹਾਂ, ਸਾਬਤ ਧਨੀਏ, ਸਾਬਤ ਲਾਲ ਮਿਰਚਾਂ ਤੇ ਥੋੜ੍ਹੇ ਮੇਥਿਆਂ ਦਾ। ਲਸਣ, ਪਿਆਜ਼, ਟਮਾਟਰ, ਅਦਰਕ ਨਹੀਂ ਵਾਰਾ ਖਾਂਦਾ ਸਾਨੂੰ। ਫਿਰ ਵੀ ਇਹ ਕੜੀ ਸਵਾਦ ਬੜੀ ਏ। ਮੈਂ ਕਹਿੰਦਾ ਹਾਂ, ਸਵੇਰੀ ਕਾੜਨੀ 'ਚ ਰੱਖ ਦਈਦੀ ਏ। ਜਿੰਨੀ ਜ਼ਿਆਦਾ ਕੜੇ ਓਨੀ ਜ਼ਿਆਦਾ ਸਵਾਦ। ਤਾਈਓ ਨੂੰ ਕੜੀ ਕਹਿੰਦੇ ਐ। ਵਿੱਚ ਥੋੜ੍ਹਾ ਪਿਆਜ਼ ਉਂਝ ਕੱਟ ਕੇ ਪਾ ਦਈਏ। ਸਮੇਂ ਦੀ ਕਾੜਨੀ 'ਚ ਕੱਢ ਕੇ ਸਾਡਾ ਇਹ ਸੰਖੇਪ ਸਫ਼ਰ ਵੀ ਹੋਰ ਸੁਆਦਲਾ ਹੋਈ ਜਾਣਾ ਏ। ਮੇਰੇ ਨਾਲ ਹਰ ਇੱਕ ਨਾਲ ਇੰਝ ਹੀ ਹੁੰਦਾ ਏ। ਬੀਤਦਿਆਂ ਸਾਰ ਭੂਤਕਾਲ 'ਚ ਪੁੱਜਦਿਆਂ ਹੀ ਹਰ ਸ਼ੈ ਦੇ ਨਜ਼ਾਰੇ, ਅਹਿਸਾਸ ਦੀ ਭਾਅ ਤੇ ਰੰਗਤ ਬਦਲ ਜਾਂਦੀ ਹੈ। ਉਹਦੀ ਤਾਸੀਰ ਹੋਰ ਹੋ ਜਾਂਦੀ ਹੈ। ਲਗਭਗ 30 ਸਾਲ ਪਹਿਲਾਂ ਦੀ ਇੱਕ ਕਵਿਤਾ ਯਾਦ ਆਉਂਦੀ ਹੈ। ਪਿਕਚਰ ਪੋਸਟਕਾਰਡ। ਬੀਤਦਿਆਂ ਸਾਰ ਹੀ ਲਮਹੇ ਸਰਕ ਜਾਂਦੇ ਨੇ ਇੱਕ ਜਾਦੂਈ ਪਰਾ ਸੰਸਾਰੀ ਦੁਨੀਆ 'ਚ। ਅਸਲ ਨਾਲੋਂ ਕਿਤੇ ਪੁਰ ਸ਼ਿੱਦਤ ਪਿਕਚਰ ਪੋਸਟਕਾਰਡ ਹੁੰਦੇ ਨੇ, ਜਿਵੇਂ ਹਕੀਕਤ ਦਾ ਵਾਸ਼ਪੀਕ੍ਰਿਤ ਗੂੜਾ ਤੇ ਗਾੜਾ ਰੂਪ। ਉਹਨਾਂ 'ਚ ਰੰਗ ਹੁੰਦੇ ਨੇ ਵਧੇਰੇ ਰੰਗਦਾਰ, ਜ਼ਿਆਦਾ ਹਰਾ ਹੁੰਦਾ ਏ ਘਾਹ। ਫੁੱਲ ਜਾਪਦੇ ਨੇ ਹੋਰ ਵੀ ਫੁੱਲਾਂ ਜਿਹੇ, ਅਤੇ ਸੜਕਾਂ ਤੇ ਇਮਾਰਤਾਂ ਹੁੰਦੀਆਂ ਨੇ ਘੱਟ ਮਟਿਆਲੀਆਂ। ਪਿਕਚਰ ਪੋਸਟਕਾਰਡਾਂ 'ਚ ਵਿਖਾਲੀ ਨਹੀਂ ਦਿੰਦੇ ਸੜਕਾਂ ਤੇ ਟੋਏ ਤੇ ਲਾਨਾਂ 'ਚ ਖਿਲਾਰ। ਬਹੁਤ ਸੁੰਦਰ ਬੱਚੋ। ਤੇ ਹੁਣ ਆਪਾਂ ਪ੍ਰਸ਼ਨ ਉੱਤਰ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਆਪਾਂ ਛੋਟੇ ਪ੍ਰਸ਼ਨ ਉੱਤਰ ਨੇ ਜੋ, ਠੀਕ ਹੈ ਨਾ, ਉਹ ਦੇਖਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਵੱਡੇ ਪ੍ਰਸ਼ਨ ਉੱਤਰ ਨੇ ਜਿਹੜੇ ਉਹ ਕਰਾਂਗੇ, ਠੀਕ ਹੈ ਨਾ। ਤੇ ਛੋਟੇ ਜੋ ਪ੍ਰਸ਼ਨ ਉੱਤਰ ਨੇ ਵਸਤੂਨਿਸ਼ਟ ਪ੍ਰਸ਼ਨ ਉੱਤਰ ਨੇ ਬੱਚਿਓ, ਤੇ ਉਹਨਾਂ ਦੇ ਵਿੱਚ ਆਪਾਂ ਹੋਰ ਪ੍ਰਸ਼ਨ ਵੀ ਸ਼ਾਮਲ ਕੀਤੇ ਨੇ। ਸਾਵੇਂ ਮੱਗ ਤੇ ਪੌਂਗ ਡੈਮ ਸਫ਼ਰਨਾਮਾ ਅੰਸ਼ ਕਿਹਨਾਂ ਨੇ ਲਿਖਿਆ? ਡਾਕਟਰ ਕਰਨੈਲ ਸਿੰਘ ਅੰਬਰੀਸ਼, ਠੀਕ ਹੈ ਨਾ। ਕਿਹੜੇ ਸਫ਼ਰਨਾਮੇ ਦਾ ਅੰਸ਼ ਹੈ? ਅਨੰਤ ਪ੍ਰਵਾਸ। ਡਾਕਟਰ ਕਰਨੈਲ ਸਿੰਘ ਅੰਬਰੀਸ਼ ਦਾ ਲਿਖਿਆ ਹੋਇਆ ਸਫ਼ਰਨਾਮਾ ਕਿਹੜਾ? ਸਾਵੇਂ ਮੱਗ ਤੇ ਪੌਂਗ ਡੈਮ। ਲੇਖਕ ਦੀ ਦਾਦੀ ਨੇ ਉਸ ਨੂੰ ਕਿਉਂ ਝਿੜਕਿਆ? ਕਿਉਂਕਿ ਉਸਨੇ ਗੁਲੇਲ ਨਾਲ ਚਿੜੀ ਨੂੰ ਵੰਡ ਦਿੱਤਾ ਸੀ। ਜਵਾਨੀ ਸਮੇਂ ਲੇਖਕ ਨੇ ਕਿਸ ਜੀਵ ਦਾ ਸ਼ਿਕਾਰ ਕੀਤਾ? ਮੁਰਗਾਬੀ ਦਾ। ਪੌਂਗ ਡੈਮ ਕਦੋਂ ਚਾਲੂ ਹੋਇਆ ਤੇ ਇਸ ਦਾ ਨਾਂ ਕੀ ਸੀ? ਇਹ ਡੈਮ 1974 ਵਿੱਚ ਚਾਲੂ ਹੋਇਆ। ਇਸ ਦਾ ਪੂਰਾ ਨਾਮ ਮਹਾਰਾਣਾ ਪ੍ਰਤਾਪ ਪੌਂਗ ਡੈਮ ਹੈ। ਹਨੂੰਮਾਨ ਜੀ ਦਾ ਟਿੱਬਾ ਕਿੰਨੇ ਫੁੱਟ ਉੱਚਾ ਹੈ? 18,500 ਫੁੱਟ। ਲੇਖਕ ਨੇ ਕਿਹੜਾ ਪੰਛੀ ਕਦੇ ਇਕੱਲਾ ਨਹੀਂ ਤੱਕਿਆ? ਸੁਰਖਾਬ। ਲੇਖਕ ਨੇ ਸਾਵੇਂ ਮੱਘਾਂ ਨੂੰ ਟੈਲੀਵਿਜ਼ਨ ਦੇ ਕਿਹੜੇ ਚੈਨਲ ਉੱਤੇ ਦੇਖਿਆ ਸੀ? ਡਿਸਕਵਰੀ ਚੈਨਲ ਉੱਤੇ। ਸਾਵੇਂ ਮੱਘ ਆਂਡੇ ਕਿੱਥੇ ਦਿੰਦੇ ਹਨ? ਪੈਨਗਾਗੇ ਝੀਲ 'ਤੇ। ਲੇਖਕ ਨੂੰ ਢਾਬੇ 'ਤੇ ਖਾਣਾ ਕਿਹੋ ਜਿਹਾ ਲੱਗਿਆ? ਬਹੁਤ ਸਵਾਦ। ਲੇਖਕ ਦੇ ਦੋਸਤ ਨੇ ਸ਼ਾਕਾਹਾਰੀ ਖਾਣਾ ਖਾਧਾ ਜਾਂ ਮਾਸਾਹਾਰੀ? ਮਾਸਾਹਾਰੀ। ਭੂਤਕਾਲ ਵਿੱਚ ਪਹੁੰਚ ਕੇ ਹਰ ਸ਼ੈ ਬਦਲ ਜਾਂਦੀ ਹੈ। ਇਸ ਸੰਬੰਧੀ ਲੇਖਕ ਨੂੰ ਕਿਹੜੀ ਕਵਿਤਾ ਯਾਦ ਆਈ? ਪਿਕਚਰ ਪੋਸਟਕਾਰਡ। ਤੇ ਹੁਣ ਆਪਾਂ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਕਰਦੇ ਹਾਂ। ਲੇਖਕ ਸਰਦੀਆਂ ਵਿੱਚ ਕਿੱਥੇ ਜਾਣਾ ਚਾਹੁੰਦਾ ਹੈ ਤੇ ਕਿਉਂ? ਸਰਦੀਆਂ ਵਿੱਚ ਲੇਖਕ ਕਿਸੇ ਛੰਭ ਦਰਿਆ ਜਾਂ ਝੀਲ ਉੱਤੇ ਦੂਰ ਦੇਸ਼ਾਂ ਤੋਂ ਆਏ ਉੱਡ ਕੇ ਜੋ ਪ੍ਰਵਾਸੀ ਪੰਛੀ ਹਨ ਉਹਨਾਂ ਨੂੰ ਦੇਖਣ ਜਾਣਾ ਚਾਹੁੰਦਾ ਹੈ। ਸੋ ਉਸਨੇ ਕਦੇ ਵੀ ਕੋਈ ਇਹੋ ਜਿਹਾ ਸਿਆਲ ਨਹੀਂ ਸੀ ਜੋ ਇਹਨਾਂ ਤੋਂ ਬਿਨਾਂ ਬਤੀਤ ਕੀਤਾ ਹੋਵੇ, ਇਸ ਕਰਕੇ ਉੱਥੇ ਜਾਣਾ ਚਾਹੁੰਦਾ ਸੀ। ਫਿਰ ਉਸ ਤੋਂ ਬਾਅਦ ਹੈਗਾ ਮੁਰਗਾਬੀਆਂ ਦਾ ਸ਼ਿਕਾਰ ਕਰਨ ਵਾਲੀ ਘਟਨਾ ਨੇ ਲੇਖਕ ਨੂੰ ਕਿਵੇਂ ਪ੍ਰਭਾਵਿਤ ਕੀਤਾ? ਜਵਾਨੀ ਵਿੱਚ ਜਦੋਂ ਲੇਖਕ ਦੇ ਮਨ ਵਿੱਚ ਸ਼ਿਕਾਰ ਦਾ ਸ਼ੌਂਕ ਜਾਗਿਆ ਤਾਂ ਇੱਕ ਕਸਬੀ ਸ਼ਿਕਾਰੀ ਨਾਲ ਉਹ ਗੁਰਦਾਸਪੁਰ ਦੇ ਸਰਹੱਦੀ ਇਲਾਕੇ ਵਿੱਚ ਰਾਵੀ ਦਰਿਆ ਤੋਂ ਮੁਰਗਾਬੀਆਂ ਮਾਰ ਲਿਆਇਆ। ਘਰ ਪਰਤਦਿਆਂ ਜਦੋਂ ਅਚਾਨਕ ਉਸ ਦੀ ਨਜ਼ਰ ਨੀਲੀਆਂ ਭੂਰੀਆਂ ਮੁਰਗਾਬੀਆਂ ਦੀਆਂ ਬੰਦ ਅੱਖਾਂ ਅਤੇ ਮ੍ਰਿਤ ਸਰੀਰਾਂ ਉੱਤੇ ਪਈ ਤਾਂ ਉਸਦੇ ਮਨ ਉੱਤੇ ਅਜਿਹਾ ਅਸਰ ਹੋਇਆ ਕਿ ਉਸਨੇ ਫੈਸਲਾ ਕਰ ਲਿਆ ਕਿ ਕਦੇ ਨਹੀਂ ਮਾਰੇਗਾ। ਤੇ ਹੁਣ ਤੱਕ ਲੇਖਕ ਨੂੰ ਪੰਛੀ ਬਹੁਤ ਪਿਆਰੇ ਲੱਗਦੇ ਹਨ। ਧਮੇਟਾ ਪਹੁੰਚ ਕੇ ਲੇਖਕ ਨੇ ਕਿਸ ਨਾਲ ਗੱਲਬਾਤ ਕੀਤੀ? ਧਮੇਟਾ ਪਹੁੰਚ ਕੇ ਲੇਖਕ ਨੇ ਕਾਰ ਵਿੱਚੋਂ ਉਤਰ ਕੇ
ਇੱਕ ਸਕੂਲ ਮਾਸਟਰ ਜਾਪਦੇ ਕੁਝ ਚਿਹਰੇ ਵਾਲੇ 50-55 ਸਾਲ ਦੇ ਬੰਦੇ ਨੂੰ ਪੁੱਛਿਆ ਕਿ ਪੰਛੀ ਕਿੱਥੇ ਹਨ। ਉਸਨੇ ਉੱਤਰ ਦਿੱਤਾ ਕਿ ਪੰਛੀ ਉੱਥੇ ਨਹੀਂ, ਸਗੋਂ ਉਹ 3 ਕਿਲੋਮੀਟਰ ਅੱਗੇ ਗੱਟਾ ਪਿੰਡ ਵਿੱਚ ਮਿਲਣ ਲੱਗੇ। ਉਸਨੇ ਦੱਸਿਆ ਕਿ ਰਸਤੇ ਵਿੱਚ ਪਹਿਲਾਂ ਛੋਟਾ ਗੱਟਾ ਆਵੇਗਾ, ਫਿਰ ਵੱਡਾ। ਵੱਡੇ ਗੱਟੇ ਵਿੱਚ ਸਕੂਲ ਹੈ। ਉਹ ਉੱਥੇ ਗੱਡੀ ਲਾ ਕੇ ਸਕੂਲ ਤੋਂ ਕਿਸੇ ਮਾਸਟਰ ਨੂੰ ਨਾਲ ਲੈ ਕੇ ਉੱਥੇ ਜਾ ਸਕਦੇ ਹਨ, ਜੋ ਕਿ 2-3 ਫਰਲਾਂਗ 'ਤੇ ਤੁਰਨਾ ਪਵੇਗਾ। ਸਾਵੇਂ ਮੱਘ ਬਾਰੇ ਲੇਖਕ ਨੇ ਕੀ ਦੱਸਿਆ? ਇਹ ਵੀ ਦੱਸੋ ਕਿ ਲੇਖਕ ਨੇ ਸਾਵੇਂ ਮੱਘ ਨੂੰ ਇੱਕਦਮ ਕਿਵੇਂ ਪਛਾਣ ਲਿਆ। ਲੇਖਕ ਦੱਸਦਾ ਹੈ ਕਿ ਸਾਵੇਂ ਮੱਘ ਹਲਕੇ ਪੀਲੇ ਭੂਰੇ ਰੰਗ ਦਾ 2-3 ਕਿਲੋ ਭਾਰਾ ਪੰਛੀ ਹੁੰਦਾ ਹੈ, ਜਿਸ ਦੇ ਸਿਰ ਉੱਪਰ ਦੋਹੀਂ ਪਾਸੀ 2-2 ਖਾਸ ਕਾਲੀਆਂ ਧਾਰੀਆਂ ਹੁੰਦੀਆਂ ਹਨ। ਲੇਖਕ ਨੂੰ ਸਭ ਤੋਂ ਪਹਿਲਾਂ ਜੋ ਦੇਖਿਆ ਸੀ ਉਹ ਡਿਸਕਵਰੀ ਚੈਨਲ 'ਤੇ ਦੇਖਿਆ ਸੀ। ਲਦਾਖ ਤੇ ਚੀਨ ਦੀ ਹੱਦ 'ਤੇ ਪੈਨਗਾਂਗ ਝੀਲ ਉੱਤੇ ਦੇਖਿਆ ਸੀ, ਜਿੱਥੇ ਇਹ ਆਪਣੇ ਆਂਡੇ ਦਿੰਦੇ ਹਨ ਤੇ ਬੱਚੇ ਪਾਲਦੇ ਹਨ। ਮੱਧ ਏਸ਼ੀਆ ਦੀਆਂ ਇਹ ਝੀਲਾਂ ਜਿਨ੍ਹਾਂ ਦੁਆਲੇ ਇਹ ਨਿੱਕੇ ਘਾਹ ਨੂੰ ਚੁਗਦੇ ਹਨ, ਇਹਨਾਂ ਦਾ ਗਰਮੀਆਂ ਦਾ ਬਸੇਰਾ ਹੁੰਦਾ ਹੈ। ਤਿੱਬਤ, ਕਜ਼ਾਕਿਸਤਾਨ, ਮੰਗੋਲੀਆ ਤੇ ਰੂਸ ਤੋਂ ਇਹ ਸਰਦ ਰੁੱਤ ਦੇ ਸ਼ੁਰੂ ਵਿੱਚ ਦੱਖਣ ਵੱਲ ਪ੍ਰਵਾਸ ਕਰਦੇ ਹਨ ਅਤੇ ਸਰਦੀਆਂ ਵਿੱਚ ਇਹ ਅਸਾਮ ਤੋਂ ਤਾਮਿਲਨਾਡੂ ਤੱਕ ਸਾਰੇ ਭਾਰਤ ਵਿੱਚ ਦੇਖੇ ਜਾ ਸਕਦੇ ਹਨ। ਦੁਨੀਆ ਵਿੱਚ ਸਭ ਤੋਂ ਉੱਚੇ ਉੱਡਣ ਵਾਲੇ ਪੰਛੀ ਹਨ। ਕਿਹਾ ਜਾਂਦਾ ਹੈ ਕਿ ਜੋ ਹਿਮਾਲਿਆ ਦੀ ਉੱਚੀ ਚੋਟੀ, ਜਿੱਥੇ ਤਾਪਮਾਨ ਬਹੁਤ ਥੋੜ੍ਹਾ ਹੁੰਦਾ, ਆਕਸੀਜਨ ਵੀ ਘੱਟ ਹੁੰਦੀ ਹੈ, ਉੱਥੋਂ ਤੱਕ ਇਹ ਉੱਡ ਸਕਦੇ ਹਨ। ਉਪਗ੍ਰਹਿ ਟਰੈਕਿੰਗ ਰਾਹੀਂ ਇਹਨਾਂ ਨੂੰ ਵੱਧ ਤੋਂ ਵੱਧ 21,600 ਫੁੱਟ ਉੱਚੇ ਹਿਮਾਲਿਆ ਦਰੇ ਨੂੰ ਪਾਰ ਕਰਦਿਆਂ ਦੇਖਿਆ ਗਿਆ ਹੈ। ਲੇਖਕ ਨੇ ਇਹਨਾਂ ਨੂੰ ਹਲਕੇ ਪੀਲੇ ਰੰਗ ਦੇ ਜਿਹੜੇ 3 ਕਿਲੋ ਸਰੀਰ ਦੇ ਦੋਹੀਂ ਪਾਸੀ ਲੱਗੀਆਂ ਖਾਸ ਕਾਲੀਆਂ ਧਾਰੀਆਂ ਤੋਂ ਇੱਕਦਮ ਪਛਾਣ ਆ ਗਏ। ਲੇਖਕ ਤੋਂ ਖਾਣੇ ਦੀ ਪ੍ਰਸ਼ੰਸਾ ਸੁਣ ਕੇ ਢਾਬੇ ਵਾਲੇ ਨੇ ਆਪਣੀ ਕੜੀ ਬਣਾਉਣ ਦੇ ਢੰਗ ਬਾਰੇ ਕੀ ਦੱਸਿਆ ਸੀ? ਲੇਖਕ ਤੋਂ ਖਾਣੇ ਦੀ ਪ੍ਰਸ਼ੰਸਾ ਸੁਣ ਕੇ ਢਾਬੇ ਵਾਲੇ ਨੇ ਆਪਣੀ ਕੜੀ ਬਣਾਉਣ ਦੇ ਢੰਗ ਬਾਰੇ ਦੱਸਿਆ। ਕਿਹਾ ਕਿ ਉਹ ਖੱਟੀ ਲੱਸੀ ਨੂੰ ਸਾਬਤ ਧਨੀਏ ਤੇ ਸਾਬਤ ਲਾਲ ਮਿਰਚਾਂ, ਥੋੜ੍ਹੇ ਜਿਹੇ ਮੇਥਿਆਂ ਦਾ ਤੜਕਾ ਲਾਉਂਦਾ ਹੈ। ਲਸਣ, ਪਿਆਜ਼, ਟਮਾਟਰ ਤੇ ਅਦਰਕ ਉਹਨਾਂ ਨੂੰ ਵਾਰਾ ਨਹੀਂ ਖਾਂਦਾ। ਉਹ ਕੜੀ ਨੂੰ ਸਵੇਰ ਤੋਂ ਕੜਨੀ ਰੱਖ ਦਿੰਦੇ ਹਨ। ਜਿੰਨੀ ਇਹ ਕੜਦੀ ਹੈ ਉਸ ਦਾ ਸਵਾਦ ਬਣਦਾ ਹੈ ਤੇ ਤਾਂ ਹੀ ਇਸ ਨੂੰ ਕੜੀ ਕਿਹਾ ਜਾਂਦਾ ਹੈ। ਤਾਂ ਉਸ ਵਿੱਚ ਥੋੜ੍ਹਾ ਜਿਹਾ ਪਿਆਜ਼ ਕੱਟ ਕੇ ਉਹ ਪਾ ਦਿੰਦੇ ਹਨ। ਸਮੇਂ ਦੀ ਕਾੜਨੀ 'ਚ ਕੜ ਕੇ ਸਾਡਾ ਸੰਖੇਪ ਸਫ਼ਰ ਜਿਹੜਾ ਹੈਗਾ ਹੋਰ ਸੁਆਦਲਾ ਹੋ ਜਾਂਦਾ ਹੈ। ਇਸ ਕਥਨ ਤੋਂ ਲੇਖਕ ਦਾ ਕੀ ਭਾਵ ਹੈ? ਲੇਖਕ ਦਾ ਭਾਵ ਹੈ ਕਿ ਸਾਡਾ ਹਰ ਰੋਜ਼ ਇੱਕ ਛੋਟਾ ਅਨੁਭਵ ਸਮੇਂ ਦੇ ਬੀਤਣ ਨਾਲ ਸਾਡੀਆਂ ਯਾਦਾਂ ਬਣ ਜਾਂਦਾ ਹੈ ਤੇ ਇਸ ਨੂੰ ਹੋਰ ਵੀ ਸੁਆਦਲਾ ਬਣਾ ਜਾਂਦਾ ਹੈ। ਇਹ ਗੱਲ ਹਰ ਇੱਕ ਨਾਲ ਵਾਪਰਦੀ ਹੈ। ਪਿਕਚਰ ਪੋਸਟ ਕਾਰਡ ਕਵਿਤਾ ਦੇ ਭਾਵ ਵਿੱਚ ਆਪਣੇ ਸ਼ਬਦਾਂ ਵਿੱਚ ਲਿਖੋ। ਸਮੇਂ ਦੇ ਬੀਤਣ ਨਾਲ ਹੀ ਸਾਡੇ ਨਿੱਕੇ ਨਿੱਕੇ ਸੁਆਦਲੇ ਅਨੁਭਵ ਅਸਲ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਰੂਪ ਵਿੱਚ ਕਿਸੇ ਪਰਾ ਸੰਸਾਰੀ ਦੁਨੀਆ ਵਿੱਚ ਚਲੇ ਜਾਂਦੇ ਹਨ। ਜਿਸ ਤਰ੍ਹਾਂ ਪਿਕਚਰ ਪੋਸਟ ਕਾਰਡ ਕਿਸੇ ਹਕੀਕਤ ਦਾ ਗੂੜਾ ਗਾੜਾ ਵਾਸਤਵਿਕ੍ਰਿਤ ਰੂਪ ਹੁੰਦਾ ਹੈ, ਉਹਨਾਂ ਵਿੱਚ ਘਾਹ ਤੇ ਫੁੱਲਾਂ ਦੇ ਰੰਗ ਰੂਪ ਹੋਰ ਗਾੜੇ ਉੱਭਰੇ ਹੋਏ ਦਿਸਦੇ ਹਨ। ਸੜਕਾਂ ਤੇ ਇਮਾਰਤਾਂ ਘੱਟ ਮਟਿਆਲੀਆਂ ਦਿਖਾਈ ਦਿੰਦੀਆਂ ਹਨ। ਸੜਕਾਂ ਦੇ ਟੋਏ ਤੇ ਲਾਈਨਾਂ ਦੇ ਖਿਲਾਰ ਵੀ ਨਹੀਂ ਦਿਸਦੇ। ਸਮੇਂ ਦੇ ਬੀਤਣ ਨਾਲ ਯਾਦਾਂ ਵਿੱਚ ਵਸੇ ਸੁਆਦਲੇ ਅਨੁਭਵ ਹੋਰ ਵੀ ਸੁਆਦਲੇ ਹੋ ਜਾਂਦੇ ਹਨ। ਸੋ ਬੱਚਿਓ, ਇਹ ਸੀ ਸਾਵੇਂ ਮੱਘ ਤੇ ਪੌਂਗ ਡੈਮ। ਠੀਕ ਹੈ, ਮੈਨੂੰ ਯਕੀਨ ਹੈ ਵੀ ਇਹ ਸਫ਼ਰ ਤੁਹਾਨੂੰ ਵੀ ਬੜਾ ਚੰਗਾ ਲੱਗਿਆ ਹੋਏਗਾ ਅਤੇ ਇਸ ਤਰ੍ਹਾਂ ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।